हेलो गाइस, अलका ऑफिशियल चैनल पर आप सभी का स्वागत है। आज के वीडियो में हम रीट में आने वाला एक टॉपिक करने वाले हैं जिसका नाम है अलंकार। तो चलो शुरू करते हैं। अलंकार अलंकार संस्कृत ਦਾ शब्द है जिस ਦਾ अर्थ है सजावट करने वाला। पंजाबी में जो अलंकार है उसका मतलब है कि सजावट करने वाला। अलंकार दो शब्दों ਦੇ ਮੇਲ ਤੋਂ ਬਣਿਆ ਹੋਇਆ ਹੈ। ਅਲਮ ਪਲਸ ਕਾਰ। ਅਲਮ ਦਾ ਅਰਥ ਹੈ ਗਹਿਣਾ ਤੇ ਕਾਰ ਦਾ ਅਰਥ ਹੈ ਕਰਨ ਵਾਲਾ। ਕਵਿਤਾ ਇੱਕ ਰਾਣੀ ਹੈ ਅਤੇ ਅਲੰਕਾਰ ਉਸ ਦਾ ਸਿੰਗਾਰ ਹੈ। ਕਵਿਤਾ ਇੱਕ ਰਾਣੀ ਹੈ ਅਤੇ ਅਲੰਕਾਰ ਉਸ ਦਾ ਸਿੰਗਾਰ। ਅਲੰਕਾਰ ਦੇ ਅਰਥ ਗਹਿਣੇ, ਭੂਸ਼ਣ, ਟੂਬਾਂ, ਸਜਾ ਸਜਾਵਟ ਤੋਂ ਵੀ ਲਏ ਜਾਂਦੇ ਹਨ। अलंकार संबंधी पहला ग्रंथ कावी अलंकार है जिसकी रचना भामै ने की है। अलंकार संबंधी पहला ग्रंथ कावी अलंकार है जिसकी रचना भामै ने की है। भामै अनुसार अलंकार कविता के सिंगार ਲਈ ਜ਼ਰੂਰੀ ਹਨ। अलंकार ਕਲਾਤਮਿਕ ਜੁਗਤਾਂ ਅਤੇ ਸੁਹਜ ਵਿਧੀਆਂ ਹਨ। ਕਾਵੀ ਕਲਾ ਦਾ ਅਨੋਖਾ ਅਤੇ ਨਿਰਾਲਾ ਢੰਗ अलंकार ਹੈ ਜੋ ਕਵੀ ਬੋਲਾਂ ਦੇ ਸ਼ਬਦਾਂ ਵਿੱਚ ਅਦਭੁਤ ਚਮਤਕਾਰ ਪੈਦਾ ਕਰਦੇ ਹਨ। ਕਵਿਤਾ ਦੇ ਸੁਹਜ ਵਿੱਚ ਵਾਧਾ ਕਰਦਾ ਹੈ। ਅਲੰਕਾਰ ਸ਼ਬਦਾਂ, ਵਾਕਾਂ, ਧੁਨੀਆਂ ਨੂੰ ਕਾਵਿ ਵਿੱਚ ਵਰਤਣ ਦਾ ਢੰਗ ਹੈ। ਅਲੰਕਾਰ ਦੇ 3 ਪ੍ਰਕਾਰ ਹੈ। ਨੰਬਰ 1 ਹੈ ਸ਼ਬਦ ਅਲੰਕਾਰ, ਦੂਜਾ ਹੈ ਅਰਥ ਅਲੰਕਾਰ ਔਰ ਤੀਜਾ ਹੈ ਸ਼ਬਦਾਰਥ ਅਲੰਕਾਰ। ਸ਼ਬਦ ਅਲੰਕਾਰ ਕਾਵਿ ਵਿੱਚ ਸ਼ਬਦਾਂ ਦੀ ਸਹਾਇਤਾ ਨਾਲ ਚਮਤਕਾਰ ਪੈਦਾ ਕਰਦਾ। ਇਸ ਵਿੱਚ ਧੁਨੀਆਂ ਜਾਂ ਸ਼ਬਦਾਂ ਦੇ ਦੁਹਰਾਵ ਨਾਲ ਕਵਿਤਾ ਵਿੱਚ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਅਨੁਪ੍ਰਾਸ, ਯਮਕ, ਸਲੇਸ ਆਦਿ ਸ਼ਬਦ ਅਲੰਕਾਰ ਹਨ। ਅਨੁਪ੍ਰਾਸ, ਯਮਕ ਔਰ ਸਲੇਸ ਸ਼ਬਦ ਅਲੰਕਾਰ ਹਨ। ਅਰਥ ਅਲੰਕਾਰ ਕਾਵਿ ਵਿੱਚ ਅਰਥਾਂ ਦੀ ਸਹਾਇਤਾ ਨਾਲ ਚਮਤਕਾਰ ਪੈਦਾ ਕਰਨਾ। ਇਸ ਵਿੱਚ ਚਮਤਕਾਰ ਅਰਥਾਂ ਉੱਪਰ ਆਧਾਰਿਤ ਹੁੰਦਾ ਹੈ, ਜਿਵੇਂ उपमा, रूपक, अतिकथनी, दृष्टांत। ये अर्थ अलंकार है। शब्दार्थ अलंकार ਜਦੋਂ ਕਾਵਿ ਵਿੱਚ ਸ਼ਬਦ ਅਤੇ ਅਰਥ ਦੋਹਾਂ ਦੀ ਸਹਾਇਤਾ ਨਾਲ ਚਮਤਕਾਰ ਪੈਦਾ ਕੀਤਾ ਜਾਵੇ ਤਾਂ ਉਸ ਨੂੰ ਸ਼ਬਦਾਰਥ ਅਲੰਕਾਰ ਆਖਦੇ ਹਨ। ਹੁਣ ਹੈ ਅਨੁਪ੍ਰਾਸ ਅਲੰਕਾਰ। ਇਸ ਦਾ ਸ਼ਾਬਦਿਕ ਅਰਥ ਹੈ ਸ਼ਬਦਾਂ ਜਾਂ ਅਰਥਾਂ ਦਾ ਦੁਹਰਾਵ। ਸ਼ਬਦਾਂ ਜਾਂ ਅੱਖਰਾਂ ਦਾ ਦੁਹਰਾਵ। ਸ਼ਬਦਾਂ ਜਾਂ ਅੱਖਰਾਂ ਦਾ ਦੁਹਰਾਵ ਕੀ ਹੁੰਦਾ ਹੈ? ਅਨੁਪ੍ਰਾਸ ਅਲੰਕਾਰ। ਇਹ ਇੱਕ ਸ਼ਬਦ ਅਲੰਕਾਰ ਹੈ। ਅਨੁਪ੍ਰਾਸ ਜਿਹੜਾ ਹੈ ਉਹ ਇੱਕ ਸ਼ਬਦ ਅਲੰਕਾਰ ਹੈ। ਕਵਿਤਾ ਵਿੱਚ ਸ਼ੁਰੂ, ਮੱਧ ਜਾਂ ਅੰਤ ਵਿੱਚ ਅੱਖਰਾਂ ਦਾ ਵਾਰ-ਵਾਰ ਦੁਹਰਾਵ ਹੁੰਦਾ ਹੈ। ਇਸ ਦੀਆਂ ਉਦਾਹਰਨਾਂ ਹੇਠ ਲਿਖੀਆਂ ਹਨ, ਜਿਵੇਂ ਸਤਿਗੁਰੂ ਸੱਚਾ ਪਾਤਸ਼ਾਹ, ਸਾਧ ਸੰਗ ਸੱਚਖੰਡ ਵਸਾਈਆ। ਸਹਿ ਦਾ ਦੁਹਰਾਵ ਹੈ ਇਸ ਵਿੱਚ। ਸਤਿਗੁਰੂ, ਸੱਚਾ ਅਤੇ ਸਾਧ ਸੰਗ ਔਰ ਸੱਚਖੰਡ ਸਭ ਦੇ ਵਿੱਚ ਸਹਿ ਦਾ ਦੁਹਰਾਵ ਹੈ। ਤੋ ਇਸ ਵਿੱਚ ਹੈ ਅਨੁਪ੍ਰਾਸ ਅਲੰਕਾਰ। ਫਿਰ ਰੂਪ ਸਰੂਪ ਅਨੂਪ ਦਿਸੇ, ਫਿਰ ਜਿੰਦ ਜਵਾਨੀ ਚੱਲੀ ਚੱਲੀ। ਉਪ ਦਾ ਇਸ ਵਿੱਚ ਦੁਹਰਾਵ ਹੈ। फिर रूप स्वरूप अनूप दिसे, फिर जिंद जवानी ਚੱਲੀ ਚੱਲੀ। तो उप ਦਾ ਇਸ ਵਿੱਚ ਦੁਹਰਾਵ ਹੈ। ਅੱਗੇ ਹੈ ਫਿਰ ਹੋਸ਼ ਬੇਹੋਸ਼ ਮਦਹੋਸ਼ ਹੋਈ, ਫਿਰ ਪੱਤ ਰੁਲੈਂਦੀ ਗਲੀ ਗਲੀ। ਹੋਸ਼ ਦਾ ਇਸ ਵਿੱਚ ਦੁਹਰਾਵ ਹੈ। ਨੈਕਸਟ ਹੈ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਡੁੱਬਦਾ ਡੁੱਬਦਾ ਜਾਂਦਾ। ਇਸ ਵਿੱਚ ਦੈ ਦਾ ਦੁਹਰਾਵ ਹੋਇਆ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ। ਪਾਓ ਭਗਤ ਪਉ ਭੇਲ ਸਾਧ ਸਰਈਆ ਸਰਸਈਆ। ਨਿਤ ਨਿਤ ਨਵਲ ਨਵੇਲ ਗੁਰਮੁਖ ਬੇਸੀਆਂ। ਤੋ ਇਹ ਜਿਹੜੀ ਹੈ ਇਸ ਵਿੱਚ ਸਭ ਦੇ ਵਿੱਚ ਸ਼ਬਦਾਂ ਦਾ ਦੁਹਰਾਵ ਹੋ ਰਿਹਾ ਹੈ। ਤੋ ਇਹ ਜਿਹੜੀ ਹੈ ਸਾਰੇ ਕੇ ਸਾਰੇ ਅਨੁਪ੍ਰਾਸ ਅਲੰਕਾਰ ਹਨ, ਜਿਵੇਂ ਹੱਥ ਲੱਗਦੀਆਂ ਸਾਰ ਸਤਾਰ ਬੋਲੀ, ਇੱਕ ਇੱਕ ਤਾਰ ਸੌ ਸੌ ਤਾਰ ਬੋਲੀ। ਹਿੱਲੀ ਤਾਰ ਤਾਂ ਦਿਲਾਂ ਦੀ ਤਾਰ ਹਿੱਲੀ,
ਤਾਰ ਤਾਰ ਕਰਤਾਰ ਕਰਤਾਰ ਬੋਲੀ। ਇਸ ਵਿੱਚ ਤਾਰ ਜਿਹੜਾ ਹੈ ਉਹ ਕੀ ਹੈ? ਅਨੁਪ੍ਰਾਸ ਅਲੰਕਾਰ। ਅਬ ਨੈਕਸਟ ਹੈ ਉਪਮਾ ਅਲੰਕਾਰ। ਉਪਮਾ ਦਾ ਸ਼ਾਬਦਿਕ ਅਰਥ ਹੈ ਪ੍ਰਸ਼ੰਸਾ ਜਾਂ ਵਡਿਆਈ। ਉਪਮਾ ਦਾ ਸ਼ਾਬਦਿਕ ਅਰਥ ਹੈ ਪ੍ਰਸ਼ੰਸਾ ਜਾਂ ਵਡਿਆਈ, ਪਰ ਅਲੰਕਾਰਾਂ ਇਸ ਵਿੱਚ ਦਾ ਅਰਥ ਹੈ ਤੁਲਨਾ। ਇਹ ਸਭ ਤੋਂ ਪ੍ਰਸਿੱਧ ਅਲੰਕਾਰ ਹੈ। ਉਪਮੇਯ, ਉਪਮਾਨ, ਸਾਂਝਾ ਗੁਣ ਤੇ ਵਾਚਕ ਸ਼ਬਦ ਇਸ ਦੀਆਂ ਇਕਾਈਆਂ ਹਨ। ਉਪਮੇਯ, ਉਪਮਾਨ, ਸਾਂਝਾ ਗੁਣ ਤੇ ਵਾਚਕ ਸ਼ਬਦ ਇਸ ਦੀਆਂ ਇਕਾਈਆਂ ਹਨ। ਉਪਮੇਯ, ਜਿਸ ਦੀ ਉਪਮਾ ਜਾਂ ਤੁਲਨਾ ਕਰਨੀ ਹੋਵੇ, ਜਿਸ ਦੀ ਉਪਮਾ ਜਾਂ ਤੁਲਨਾ ਕਰਨੀ ਹੋਵੇ ਉਹ ਹੁੰਦਾ ਹੈ ਉਪਮੇਯ, ਤੇ ਜਿਸ ਨਾਲ ਉਪਮਾ ਜਾਂ ਤੁਲਨਾ ਕਰਨੀ ਹੋਵੇ ਉਹ ਹੁੰਦਾ ਹੈ ਉਪਮਾਨ। ਜੋ ਦੋਹਾਂ ਵਿੱਚ ਹੋਵੇ ਉਹ ਕੀ ਹੁੰਦਾ ਹੈ? ਸਾਂਝਾ ਗੁਣ। ਉਪਮਾ ਜਾਂ ਤੁਲਨਾ ਨੂੰ ਪ੍ਰਗਟਾਉਣ ਵਾਲਾ ਜਿਹੜਾ ਸ਼ਬਦ ਹੁੰਦਾ ਹੈ ਉਹ ਹੁੰਦਾ ਹੈ ਵਾਚਕ ਸ਼ਬਦ। ਇਸ ਦੇ ਕੁਝ ਐਗਜ਼ਾਮਪਲ ਹੈ, ਜਿਵੇਂ ਚਾਂਦੀ ਵਰਗਾ ਰੰਗ ਹੈ ਗੋਰਾ, ਸੋਨੇ ਵਰਗੇ ਵਾਲ ਸੁਨਹਿਰੀ। ਚਾਂਦੀ ਵਰਗਾ ਰੰਗ ਹੈ ਗੋਰਾ, ਸੋਨੇ ਵਰਗੇ ਵਾਲ ਸੁਨਹਿਰੀ। ਚਾਂਦੀ ਜਿਹੜਾ ਹੈ ਉਹ ਹੈ ਉਪਮਾਨ, ਤੇ ਰੰਗ ਦੀ ਤੁਲਨਾ ਚਾਂਦੀ ਨਾਲ ਕੀਤੀ ਗਈ ਹੈ, ਤੇ ਰੰਗ ਹੋਇਆ ਉਪਮੇਯ ਤੇ ਚਾਂਦੀ ਹੈ ਉਪਮਾਨ। ਜਿਵੇਂ ਵਾਲ ਦੀ ਤੁਲਨਾ ਕੀਤੀ ਗਈ ਹੈ ਸੋਨੇ ਨਾਲ, ਤਾਂ ਵਾਲ ਹੈ ਉਪਮੇਯ ਤੇ ਸੋਨਾ ਹੈ ਉਪਮਾਨ। ਇਸ ਸਤਰ ਵਿੱਚ ਰੰਗ ਦੀ ਉਪਮਾ ਚਾਂਦੀ ਨਾਲ ਕੀਤੀ ਗਈ ਹੈ, ਰੰਗ ਉਪਮੇਯ ਹੈ, ਚਾਂਦੀ ਉਪਮਾਨ ਹੈ। ਗੋਰਾ ਜਿਹੜਾ ਹੈ ਉਹ ਸਾਂਝਾ ਗੁਣ ਹੈ ਅਤੇ ਵਰਗਾ ਵਾਚਕ ਸ਼ਬਦ ਹੈ। ਦੂਜੇ ਖੰਡ ਵਿੱਚ ਵਾਲਾਂ ਦੀਆਂ ਤੁਲਨਾ ਸੋਨੇ ਨਾਲ ਕੀਤੀ ਗਈ ਹੈ। ਵਾਲਾਂ ਉਪਮੇਯ ਹੈ, ਸੋਨਾ ਉਪਮਾਨ ਹੈ ਅਤੇ ਸੁਨਹਿਰੀ ਜਿਹੜਾ ਹੈ ਉਹ ਸਾਂਝਾ ਗੁਣ ਹੈ ਅਤੇ ਵਰਗੇ ਵਾਚਕ ਸ਼ਬਦ ਹੈ। ਸੂਰਜ ਵਾਂਗੂ ਸੂਆ ਹੁਸਨ ਦੀ, ਤਾਂ ਸੂਆ ਜਿਹੜਾ ਹੁੰਦਾ ਹੈ ਉਸਦਾ ਮੀਨਸ ਹੁੰਦਾ ਹੈ ਚਮਕ। ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ। ਸੂਰਜ ਵਾਂਗੂ ਸੂਆ ਹੁਸਨ ਦੀ, ਤੇ ਦੂਜਾ ਉਦਾਹਰਣ ਹੈ ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ। ਲੱਸਣਾ ਹੁੰਦਾ ਹੈ ਚਮਕਣਾ, ਤੋ ਲੱਸੇ ਨੀ ਸਾਂਝਾ ਗੁਣ ਹੋਇਆ, ਤੇ ਮੱਥਾ ਹੈ ਉਪਮੇਯ, ਤਾਰਿਆਂ ਹੈ ਉਪਮਾਨ, ਤੇ ਵਾਂਗੂ ਹੈ ਵਾਚਕ ਸ਼ਬਦ। ਗੋਰੀ ਨਹਾ ਕੇ ਛੱਪੜ ਵਿੱਚੋਂ ਨਿਕਲੀ, ਸੁਲਫੇ ਦੀ ਲਾਟ ਵਰਗੀ। ਗੋਰੀ ਨਹਾ ਕੇ ਛੱਪੜ ਵਿੱਚੋਂ ਨਿਕਲੀ, ਸੁਲਫੇ ਦੀ ਲਾਟ ਵਰਗੀ। ਨੈਕਸਟ ਹੈ ਵੇਖਣ ਵਿੱਚ ਮੁਲਾਇਮ ਪਿੰਡਾ ਨਾਰ ਦਾ। ਵੇਖਣ ਵਿੱਚ ਮੁਲਾਇਮ ਪਿੰਡਾ ਨਾਰ ਦਾ। ਜਿੱਕਣ ਹੋਵੇ ਸੂਹਾ ਫੁੱਲ ਅਨਾਰ ਦਾ। ਨੈਕਸਟ ਹੈ ਤਿੱਖੇ ਨੈਣ ਕਟਾਰੀ ਦੀ ਧਾਰ ਵਾਂਗੂ। ਨੈਣ ਜਿਹੜਾ ਹੈ ਉਪਮੇਯ ਹੈ ਤੇ ਕਟਾਰੀ ਹੈ ਉਪਮਾਨ। ਨੈਣਾਂ ਦੀ ਤੁਲਨਾ ਕਿਸ ਦੇ ਨਾਲ ਕੀਤੀ ਗਈ ਹੈ? ਕਟਾਰੀ ਦੇ ਨਾਲ। ਨੈਕਸਟ ਹੈ ਦ੍ਰਿਸ਼ਟਾਂਤ ਅਲੰਕਾਰ। ਦ੍ਰਿਸ਼ਟਾਂਤ ਯਾਨੀ ਐਗਜ਼ਾਮਪਲ। ਦ੍ਰਿਸ਼ਟਾਂਤ ਦਾ ਅਰਥ ਹੈ ਉਦਾਹਰਣ, ਮਿਸਾਲ, ਨਮੂਨਾ। ਕਵਿਤਾ ਵਿੱਚ ਇੱਕ ਵਸਤੂ ਨੂੰ ਸਪਸ਼ਟ ਕਰਨ ਲਈ ਸਮਾਨ ਗੁਣ ਵਾਲੀ ਵਸਤੂ ਦਾ ਉਦਾਹਰਣ ਦੇਣਾ ਦ੍ਰਿਸ਼ਟਾਂਤ ਅਲੰਕਾਰ ਹੈ। ਰੇ ਮਨ ਐਸੀ ਰਹੀ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ। ਰੇ मन ऐसी रही स्यू प्रीत कर जैसी मछली नीर। जैसी मीन्स इसके उदाहरण के लिए दिया गया है, जैसी मछली नीर। इस सत्तर विच मच्छी दी जल नाल प्रीत दा उदाहरण है, ते उदाहरण दे के परमात्मा नाल प्रीत नूं दस्या गया है। एग्जाम्पल दे के इसनूं दस्या गया है। जिवें कबीर मानस जन्म दुलभ है, होई न बारों बार। ज्यों बन फल पाके प्योई गिरे, बहुर न लागी डार। इस दे कुछ ਜਿਹੜੇ ਹੈ ਜੈਸੀ, ਜਿਉਂ ਜਿਹੜੇ ਸ਼ਬਦ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਉਹ ਦ੍ਰਿਸ਼ਟਾਂਤ ਅਲੰਕਾਰ ਹੈ। ਜਿਵੇਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਤੋ ਇਹ ਵੀ ਦ੍ਰਿਸ਼ਟਾਂਤ ਅਲੰਕਾਰ ਦਾ ਐਗਜ਼ਾਮਪਲ ਹੈ। ਜਿਉਂ ਜਿਉਂ ਤ੍ਰਿਲਾਂ ਦੇ ਵਾਲਾਂ ਤੋਂ ਕਿਰਨ ਮੋਤੀ, ਤਿਉਂ ਤਿਉਂ ਅੱਖਰੂ ਪਈ ਵਗਾਨੀ ਆਮੈ। ਇਹ ਵੀ ਕੀ ਹੈ? ਦ੍ਰਿਸ਼ਟਾਂਤ ਅਲੰਕਾਰ ਦਾ ਐਗਜ਼ਾਮਪਲ। ਨੈਕਸਟ ਹੈ ਅਤਿ ਕਥਨੀ ਅਲੰਕਾਰ। ਅਤਿ ਕਥਨੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਹੈ। ਅਤਿ ਪਲਸ ਕਥਨੀ।
ਜਿਸ ਦਾ ਸ਼ਾਬਦਿਕ ਅਰਥ ਹੈ ਗੱਲਾਂ ਨੂੰ ਵਧਾ ਚੜਾ ਕੇ ਕਹਿਣਾ। ਕਵਿਤਾ ਵਿੱਚ ਚਮਤਕਾਰ ਪੈਦਾ ਕਰਨ ਲਈ ਗੱਲ ਨੂੰ ਮਸਾਲਾ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਹੁਸਨ ਉਸਦਾ ਮੈਂ ਕੀ ਆਖਾਂ, ਤੱਕਣ ਨਾਲ ਪੈਂਦੀਆਂ ਲਾਸਾਂ, ਧੋਣ ਕੋਰੀ ਦੀ 80 ਫੱਬੇ, ਆਉਂਦਾ ਜਾਂਦਾ ਸਾਹ ਪਿਆ ਲੱਭੇ। ਤਾਂ ਇਸ ਵਿੱਚ ਅਤੀ ਕਥਨੀ ਅਲੰਕਾਰ ਹੈ। ਤੇ ਸਾਹਿਬਾ ਗਈ ਤੇਲ ਨੂੰ, ਗਈ ਪੰਸਾਰੀ ਦੀ ਹੱਟ, ਫੜ ਨਾ ਜਾਣੇ ਤਕੜੀ, ਹਾੜ ਨਾ ਜਾਣੇ ਵੱਟ, ਤੇਲ ਭੁਲਾਵੇ ਭੁੱਲਾ ਪਾਣੀਆਂ, ਦਿੱਤਾ ਸ਼ਹਿਦ ਉਲਟ, ਵਣਜ ਹਵਾਲੇ ਵਣਜ ਗਵਾਲੇ ਬਾਣੀਆਂ, ਬਲਦ ਗਵਾਲੇ ਜੱਟ। ਤਾਂ ਇਸ ਵਿੱਚ ਵੀ ਕੀ ਹੈ, ਅਤੀ ਕਥਨੀ ਅਲੰਕਾਰ, ਕਿਉਂਕਿ ਗੱਲਾਂ ਨੂੰ ਵਧਾ ਚੜਾ ਕੇ ਮਸਾਲਾ ਲਾ ਕੇ ਪੇਸ਼ ਕੀਤਾ ਗਿਆ ਹੈ। ਮੇਰੀ ਬੱਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ। ਐਵੇਂ ਕਵੀ ਹੋ ਸਕਦਾ ਹੈ ਵੀ ਖੁਦਾ ਮੈਥੋਂ ਡਰੇ, तो ਇਹ ਵੀ ਕੀ ਹੈ, ਅਤੀ ਕਥਨੀ ਅਲੰਕਾਰ। ਮੈਂ ਜੇ ਲਿਖਿਆ ਐ ਕਿ ਮੋਤੀ ਤਰੇਲ ਦੇ, ਤੇਰੀਆਂ ਜ਼ੁਲਫਾਂ 'ਚ ਜੁਗ ਕੇ, ਤੇਰੀ ਜ਼ੁਲਫਾਂ ਦੇ ਚੁਗ ਕੇ ਤਰ ਦਿਆ, ਅੱਖਰਾਂ ਤੋਂ ਤਾਰੇ ਤੋੜ ਕੇ ਤੇਰੀ ਗਹਿਣਿਆਂ ਦੀ ਰੀਝ ਪੂਰੀ ਕਰਦਿਆਂ। ਮੈਂ ਜੇ ਲਿਖਿਆ ਇਹ ਕਿ ਮੋਤੀ ਤਰੇਲ ਦੇ, ਤੇਰੀਆਂ ਜ਼ੁਲਫਾਂ 'ਚ ਚੁਗ ਕੇ ਤਰ ਦਿਆ, ਅੰਬਰਾਂ ਤੋਂ ਤਾਰੇ, ਅੱਖਰਾਂ ਨਹੀਂ ਹੈ, अंबरां तो तारे तोड़ के तेरी गहनियाँ दी रीझ पूरी कर दिया। इसमें जो है अंबर से कभी तारे तोड़ के गहनों में कभी ऐसे हम लगा नहीं सकते हैं, तो ये भी क्या हुआ, इसमें अति कथनी अलंकार हुआ, क्योंकि इसमें भी क्या है कि बातों को बढ़ा चढ़ा के कहा हुआ है। अब जैसे उसमें लिखा हुआ है कि मेरी बक्की तो डरन फरिश्ते, मैथों डरे खुदा, तो ऐसे कभी थोड़ी हो सकता है कि भी हमसे खुदा डरे, तो ये भी एक अति कथनी अलंकार हो गया, क्योंकि इसमें भी बातों को बढ़ा चढ़ा के कहा गया है। जैसे इसमें भी है साहिबा गई तेल नू, गई पंसारी दी हट, ऐसे करके इसमें भी जो है बातों को बढ़ा चढ़ा के कहा हुआ है। तो ये हो गए हमारे अलंकार। तो आज के लिए इतना ही। थैंक यू। जय हिंद, जय भारत।